लाश को किस तरह से दफनाया था? ਉਹ ਅਸੀਂ ਬੋਰੀਆਂ ਬਾਹਰ ਬੂਹੇ ਵੇਲੀ ਅੱਗੇ ਟੋਇਆ ਕੱਢਿਆ ਸੀ, ਟੋਇਆ ਕੱਢ ਕੇ ਫਿਰ ਬੋਰੀਆਂ ਦੋ ਵਿਛਾਈਆਂ, ਬੋਰੀਆਂ ਦੇ ਪਾ ਕੇ ਅਸੀਂ ਬਾਹਰ ਲਗਾਏ ਗਏ ਸੀ। ਔਰ ਕਿਸੇ ਉੱਥੇ ਨੇ ਵੇਖਿਆ ਨਹੀਂ? ਨਹੀਂ, ਰਾਤ ਕੋਈ ਵੀ ਨਹੀਂ ਸੀ ਆਇਆ ਉੱਥੇ। ਔਰ ਫਿਰ ਨੱਪ बीवी ਨੂੰ ਪਤਾ ਸੀ ਤੁਹਾਡੀ? ਨਹੀਂ, ਉਹਨੂੰ ਵੀ ਨਹੀਂ ਸੀ ਦੱਸਿਆ ਹੈਗਾ। किसी के साथ ताल्लुकात थे उसके नाजायज? ਉਹ ਵੀ ਬਹੁਤ ਸਾਰੇ ਥੇ, अच्छा, ये पता था आपको और आपके साले को? ਸਾਰਿਆਂ ਨੂੰ ਪਤਾ ਸੀ, ਸਾਰੇ ਰਿਸ਼ਤੇਦਾਰਾਂ ਨੂੰ पता ਸੀ। दूसरी शादी उसने क्यों की थी? वो भी उसने लव मैरिज किया था। अस्सलाम वालेकुम नाज़रीन, मैं हूं आपका मेज़बान फैसल खान सूरी और आप देख रहे हैं NPG मीडिया। नाज़रीन, आज मैं थाना खुड़िया ख़ास में मौजूद हूं जहां पे पुलिस ने एक मुलजिम को गिरफ़्तार किया है जिसने अपनी साली को कत्ल किया है। कत्ल करने के बाद उसको एक खड्डा खोद कर उसमें दफनाया और उसके बाद क्या हुआ आइए जानते हैं। अब मेरे साथ मुलजिम रियाज मौजूद है जिसने अपनी साली को कत्ल किया है। इसी से जानते हैं कि सारा मामला क्या था और किस तरह से अपनी साली को कत्ल किया। मुझे ये बताओ कि साली कहाँ पर आई थी और तुमने किस तरह से कत्ल किया? ਸਰ ਮੇਰੇ ਕੋਲ ਆਈ ਸੀ ਇੱਥੇ ਜਿੱਥੇ ਮੈਂ ਨੌਕਰੀ ਲੱਗਾ ਸੀ। अच्छा, ਮੇਰੇ ਸਾਲਾ ਤੇ ਮੇਰਾ ਸਾਡਾ ਰਾਬਤਾ ਸੀਗਾ ਪਹਿਲੇ, ਯਾਨੀ ਕਿ ਇਸ ਤਰ੍ਹਾਂ ਉਹਨੇ ਆਉਣਾ ਹੈਗਾ। ਔਰ ਮੇਰੇ ਜੀਆਂ ਨੂੰ ਨੇ ਬੁਲਾ ਲੈਣ ਗਿਆ, ਪੈਲੀ ਦਾ ਬਿਆਨ ਦੇਣਾ ਨੇ, ਤੂੰ ਆ ਜਾ ਇੱਥੇ। ਔਰ ਜਦੋਂ ਆਈ ਮੈਂ ਉਹਨੂੰ ਕਾਲ ਕੀਤੀ, ਤਕਰੀਬਨ ਸ਼ਾਮ ਟਾਈਮ ਆਈ ਮੇਰੇ ਕੋਲੇ। ਮੈਂ ਉਹਨੂੰ ਕਾਲ ਕੀਤੀ ਸਾਲੇ ਨੂੰ, ਮੈਂ ਕਿਹਾ ਇਸ ਤਰ੍ਹਾਂ ਵੀ ਉਹ ਆ ਗਈ। ਉਹਨੇ ਕਿਹਾ ਠੀਕ ਹੈ। ਤਕਰੀਬਨ ਤੀਸਰਾ ਟਾਈਮ ਫਿਰ ਕਾਲ ਕੀਤੀ ਮੈਂ, ਉਹਨੇ ਕਿਹਾ ਤੂੰ ਤੇਰੇ ਕੋਲ ਮੈਂ ਆ ਜਾਂਦੇਗਾ ਤੇਰੇ ਕੋਲੇ, ਵੀ ਤੂੰ ਕੋਈ ਯਾਨੀ ਕਿ ਐਸੀ ਉਦੋਂ ਪਹਿਲਾਂ ਕੋਈ ਗੱਲ ਨਹੀਂ ਉਹਨੂੰ ਆਪ ਦੱਸਣੀ ਹੈਗੀ। ਮੈਂ ਕਿਹਾ ਠੀਕ ਹੈ। ਤਕਰੀਬਨ ਇਹ 1-1:30 ਵਜੇ ਆਇਆ ਮੇਰੇ ਕੋਲੇ, ਮੋਟਰਸਾਈਕਲ ਬਾਹਰ ਡੱਕੀ ਉਹਨੇ ਵੇਲੀ ਕੋਲ। ਉਵੇਂ ਉੱਧਰੋਂ ਬਾਰੀ ਥਾਣੀ ਆਇਆ ਅੰਦਰ। ਔਰ ਆਇਆ ਜਦੋਂ ਆ ਕੇ ਫਿਰ ਉਵੇਂ ਅਸੀਂ ਨੱਪਿਆ ਉਹਨੂੰ, ਨੱਪ ਕੇ ਤੋਂ ਵੀ ਉਹਦੇ ਗਾਲ ਵਾਲਾ ਲੀੜਾ ਸੀ ਜਿਹੜਾ, ਉਹਦੇ ਨਾਲ ਉਹਦਾ ਗਾਲ ਘੁੱਟ ਲਿਆ। ਔਰ ਗਾਲ ਘੁੱਟਣ ਤੋਂ ਮਾਰਨ ਤੋਂ ਬਾਅਦ ਉਹ ਫਿਰ ਅਸੀਂ ਬਾਹਰ ਟੋਇਆ ਕੱਢਿਆ, ਬੂਹੇ ਦੇ ਅੱਗੇ ਛੋਟਾ ਜਿਹਾ ਟੋਇਆ ਕੱਢ ਕੇ ਤੇ ਉੱਥੇ ਉਹਨੂੰ वो टाइम केरा सी? ਤਕਰੀਬਨ 3:30 ਦਾ ਟਾਈਮ ਹੋ ਗਿਆ ਸੀ। रात दे? ਹਾਂਜੀ, अच्छा, ਜਦੋਂ ਟੋਇਆ ਕੱਢ ਲਿਆ ਸੀ, ਟੋਇਆ ਕੱਢ ਕੇ ਫਿਰ ਅਸੀਂ ਆਇਆ, 2 ਬੋਰੀਆਂ ਵਿਛਾਈਆਂ ਨੇ, ਵਿਛਾ ਕੇ ਉਹਨੂੰ ਉੱਤੇ ਪਾਇਆ ਔਰ ਪਾ ਕੇ ਤੇ ਫਿਰ ਬਾਹਰ ਟੋਏ ਜਾ ਕੇ ਨੱਪ ਦਿੱਤਾ। आपके साथ कौन था? ਮੇਰਾ ਸਾਲਾ ਫਰਿਆਦ आप सच कह रहे हैं कि आपका साला ही था आपके साथ? ਜੀ। ਔਰ ਉਸ ਤੋਂ ਬਾਅਦ ਫਿਰ ਉਹ ਚਲਾ ਗਿਆ ਗਾ। ਤਕਰੀਬਨ ਸਵੇਰ ਨੂੰ ਫਿਰ ਮੈਂ ਕਾਲ ਕੀਤੀ, ਮੈਂ ਕਿਹਾ ਯਾਰ ਇਹਨੂੰ ਕਿਤੇ ਅਗਾਂਹ ਪਿਛਾਂ ਸੱਟ ਦੇ ਗਈ ਵੀ ਇੱਥੇ ਦਾ ਬੂਹੇ ਦੇ ਅੱਗੇ ਵਾੜ ਆਵੇ ਦੀ, ਔਰ ਉਹਨਾਂ ਨੂੰ ਪਤਾ ਲੱਗ ਜਾ। ਉਹਨੇ ਕਿਹਾ ਵੀ ਹੁਣ ਇਹਨੂੰ ਕਵਰ ਕਰ ਜਿਵੇਂ ਵੀ ਇੱਕ ਕਰੇ। ਫਿਰ ਮੈਂ ਉਹਦੇ 'ਤੇ ਮਿੱਟੀ ਸੁੱਟਦਾ ਰਿਹਾ, ਅੰਦਰ ਵੇਲੀ 'ਚ ਪਈ ਸੀ ਉਹ ਵੀ ਲਿਆ ਕਿਰਾਏ ਨਾਲ ਸੱਟਦਾ ਰਿਹਾ ਉੱਤੇ। ਔਰ ਤਕਰੀਬਨ 2-2.5 ਮਹੀਨੇ ਗੱਲ ਨੱਪੀ ਰੱਖੀ ਅਸੀਂ। अच्छा, ਔਰ ਉਸ ਤੋਂ ਬਾਅਦ ਉਹਨੇ ਗੱਲ ਕੀਤੀ ਕਿ ਯਾਰ ਹੁਣ ਰਿਸ਼ਤੇਦਾਰ ਪੁੱਛਣ ਲੱਗ ਪੈਣੇ ਤੇ ਵੀ ਹੁਣੇ ਕਰੇ ਆਪਾਂ ਨੂੰ रियाज मुझे ये बताओ कि जब साली आपकी तरफ आई थी, आपके घर आई थी, उसके साथ कौन था? कोई भी नहीं, अकेली थी। बच्चों के साथ आई थी? नहीं, कोई बच्चा नहीं। बच्चे कहाँ पे थे? बच्चे जहाँ उसकी पहली शादी हुई थी वो थे ही थे। आपके बच्चे और आपकी बीवी कहाँ पे थी? वो उधर मेरे सहुरा घर चली गई सी। अच्छा, हाँ जी। आपने ये फ़ायदा उठाया कि घर में कोई नहीं है और मैं उसको कत्ल कर दूं? नहीं, वो तो मेरे साले ने गल की हैगी सी मतलब प्लानिंग के साथ कत्ल किया है? जी। अच्छा, और ਜਦੋਂ ਰਿਸ਼ਤੇਦਾਰ ਪੁੱਛਣ ਲੱਗ ਪਏ, ਉਹਨੇ ਗੱਲ ਕੀਤੀ ਕਿ ਹੁਣ ਦੱਸ ਕਿ ਲਾਸ਼ ਤਾਂ ਬਰਾਮਦ ਕਰਨੀ ਹੈ, ਵੀ ਉਹਨਾਂ ਦੇ ਦਾਂ ਰੌਲਾ ਪਿਆ ਵੀ ਤੇ ਵੀ ਤੂੰ ਪੇਸ਼ ਹੋ ਜੀ ਤੇ ਮੈਂ ਆਪ ਖੁਦ ਮਦਈ ਬਣ ਜਾਵਾਂਗਾ ਔਰ ਤੈਨੂੰ 8-10 ਦਿਨਾਂ 'ਚ ਮੈਂ ਬਾਹਰ ਕਢਾ ਲਾਂਗਾ। ਮੈਂ ਕਿਹਾ ਠੀਕ ਹੈ। ਮੈਂ ਫਿਰ ਆ ਗਿਆ ਇੱਥੇ ਜਦੋਂ साले ਪੇਸ਼ से इतना प्यार था उसकी बातों में आगे? जी। पहले बहुत उससे प्यार करता था, कोई भी काम ਹੁੰਦਾ ਸੀ ਔਰ ਮੈਂ ਖੁਦ ਜਾ ਕੇ ਨਾਲ ਕਰਵਾਉਂਦਾ ਸੀ ਉਹਨੂੰ। ਔਰ ਵੈਸੇ ਵੀ ਹਮਦਰਦੀ ਵੀ ਹੈਗੀ ਸੀ, वो कल्ला ही सी भी बाकी कहीं ऐसा तो नहीं था कि अपनी बीवी को नापसंद करते हो और साली को पसंद करते हो? कहीं ऐसा तो नहीं था? नहीं, मेरे कोई ताल्लुक नहीं था उसके साथ? नहीं, कोई ताल्लुक नहीं था। जब कोई ताल्लुक नहीं था तो साली कुछ भी करे तो आपको क्या फ़र्क पड़ता है? सर उसके भाई था और वो रोता है मेरे पास है भाई तो अभी तक जेल नहीं पहुंचा, आप पहुंच गए हैं ना? जी। और वो तो ਹੁਣ ਮਦਈ ਬਣਿਆ ਖਲੋਤਾ ਕਿ ਮੈਂ ਮਦਈ ਬਣਾ, ਮੈਂ ਤੈਨੂੰ ਛੁਡਾਵਾਂਗਾ, ਲੇਕਿਨ ਛੁਡਾਉਣ ਵੀ ਹੁਣ ਨਹੀਂ ਆਏਗਾ। ਮੈਨੂੰ ਇੱਥੇ ਆ ਕਹਿੰਦਾ ਵੀ ਤੂੰ ਇਹ ਉਹਦਾ ਬੰਦੇ ਦਾ ਤੇ ਇੱਕ ਹੋਰ ਬੰਦਿਆਂ ਨਾਲ ਨਾ ਲਿਖਾ ਦੇ ਤੇ ਮੈਂ ਤੈਨੂੰ ਛੁਡਾ ਲਾਂਗਾ। ਪਰ ਮੈਂ ਨਾ ਲਿਖਾਇਆ। ਉਸ ਤੋਂ ਬਾਅਦ ਜਦੋਂ ਉਹਨੇ ਮੇਰੇ ਘਰ ਵਾਲਿਆਂ ਨੂੰ ਬੁਲਾਇਆ, ਉਹਨੇ ਕਿਹਾ ਵੀ ਤੇਰੇ ਕੋਲ 6 ਲੱਖ ਰੁਪਈਆ ਤੁਸੀਂ ਦੇ ਦੇਵੋ ਤੇ ਉਹ 2 ਬੰਦੇ ਫੜਾ ਦੇ, ਫਿਰ ਉਹਨਾਂ ਨੂੰ ਛੁਡਾ ਲਾਂਗਾ, ਫਿਰ ਤੁਹਾਨੂੰ ਛੁਡਾ ਲਾਂਗਾ। ਔਰ ਮੈਂ ਗੱਲ ਕੀਤੀ ਕਿ ਵੀ ਤੁਸੀਂ ਨੂੰ ਵੀ ਉਹ ਮੇਰੇ ਨਾਲ ਨਹੀਂ ਹੈਗੇ, ਮੈਨੂੰ ਉਹਨੇ ਕਿਹਾ ਤੇ ਮੈਂ ਉਹ ਨਾਲ ਲਿਖਵਾਏ ਸੀ। ਔਰ ਹੁਣ ਇੱਥੇ ਵੀ ਨਹੀਂ ਆਉਂਦਾ ਹੈਗਾ, मिलने भी नहीं आता? ਨਹੀਂ। जब से आप थाने आए हो तब से नहीं आया वो मिलने? ਤਕਰੀਬਨ ਜਦੋਂ ਆਇਆ ਸੀ ਉਹਦਾ ਆਉਂਦੇ ਰਿਹਾ ਸੀ 4-5 ਦਫਾ। उन्हें आके की क्या सी? ਮੈਨੂੰ ਇਹ ਕਹਿੰਦਾ ਸੀ ਵੀ ਹੁਣ ਉਹਨਾਂ ਨੂੰ ਘਰ ਵਾਲਿਆਂ ਨੂੰ ਲਾਲਚ ਲਾਉਣਾ, ਕੋਈ ਬੰਦਾ ਉਹਨਾਂ ਨੂੰ ਦਿੱਤਾ ਆਪਾਂ ਤੇ ਫਿਰ ਹੀ ਉਹ ਮੰਨਣ ਦੇ, ਐਵੇਂ ਉਹ ਮੰਨਦੇ ਹੀ ਨਹੀਂ। ਆਉਂਦੇ ਨੇ ਵੀ ਤੂੰ ਇਕੱਲੇ ਨੇ, ਵੀ ਤੂੰ ਮੇਰਾ ਨਾਂ ਨਹੀਂ ਲੈਣਾ, ਵੀ ਤੂੰ ਐਵੇਂ ਕਿਸੇ ਨਾ ਕਿਸੇ ਵੀ ਬਹਾਨਾ ਬਣਾਈ ਰੱਖ ਤੇ ਉਹਨਾਂ ਨੂੰ ਮੈਂ ਕਲੀਅਰ ਕਰ ਲਾਂਗਾ, ਮੈਂ ਤੈਨੂੰ ਛੁਡਾ ਲਵਾਂਗਾ, ਆਪਾਂ ਫਲਾਣੇ रियाज, फलाने। कहीं ऐसा तो नहीं कि आप अब शिकंजे में फंस चुके हैं, अब आप उस पे इल्ज़ाम लगा रहे हैं? नहीं, ऐसी कोई बात नहीं आपके है। पास कोई सबूत है? सबूत उसकी लोकेशन से मेरा राबता उसਨੂੰ ਦੇ ਨਾਲ ਹੁੰਦਾ ਰਹਿੰਦਾ ਸੀ अच्छा, ਫੋਨ ਤੇ। ਹਾਂਜੀ। मुझे ये बताओ कि साली के कितने बच्चे थे? ਉਹਦੇ 5 ਬੱਚੇ ਸੀ उसकी 2 शादियाँ हुई थी? जी।
पहली शादी जो 5 बच्चे थे। अच्छा। हाँ जी, किसी के साथ ताल्लुकात थे उसके नाजायज? वो भी बहुत सारे थे। अच्छा, हाँ ये जी। पता था आपको और आपके साले को? ਸਾਰਿਆਂ ਨੂੰ ਪਤਾ ਸੀ, ਸਾਰੇ ਰਿਸ਼ਤੇਦਾਰਾਂ ਨੂੰ पता ਸੀ। दूसरी शादी उसने क्यों की थी? वो भी उसने लव मैरिज किया था। पहले साल पूरा ਉਹਦੇ ਨਾਲ ਲੱਗੇ, ਫਿਰ ਉਹ ਨਿਕਾਹ ਨਹੀਂ ਸੀ ਕਰਦਾ, ਉਹਦੀ ਵੀ ਸ਼ਾਦੀ ਹੋਈ ਸੀ। ਔਰ ਜਦੋਂ ਨਿਕਾਹ ਨਹੀਂ ਸੀ ਕਰਦਾ ਫਿਰ ਉਹ ਘਰੇ ਜਾਂਦੀ ਸੀ, ਅੱਗੋਂ ਉਹਨਾਂ ਘਰ ਵਾਲਿਆਂ ਨੂੰ ਪਤਾ ਲੱਗ ਗਿਆ, ਉਹ ਘਰੇ ਨਹੀਂ ਸੀ ਵੜਨ ਦਿੰਦੇ। ਮੇਰੇ ਸਾਲਾ ਕੁਹਾੜੀ ਲਾ ਕੇ ਪਿਆ ਉਹਨੂੰ ਤੇ ਜਿੰਗਾਂ ਨੇ ਛਡਾ ਛੁਡੂ ਦਿੱਤਾ ਹੈਗਾ। ਔਰ ਫਿਰ ਗਈ ਉਹ ਲਈ ਕਿ ਜਾ ਕੇ ਉਹਨੇ ਉਹਦੇ ਦਾ ਪਰਚਾ ਕਰਵਾਇਆ, ਉਹ ਪਰਚੇ ਜਾ ਕੇ ਫਿਰ ਉਹਨੇ ਉਹਦੇ ਨਾਲ ਨਿਕਾਹ ਕੀਤਾ। ਔਰ ਉਸ ਤੋਂ ਬਾਅਦ ਫਿਰ ਤਕਰੀਬਨ 6 ਮਹੀਨੇ ਸਾਲ 1.5 ਸਾਲ ਰਹੀ ਉਹਦੇ ਨਾਲ। ਔਰ ਫਿਰ ਉਹ ਹੀ ਉਹਦਾ ਕੰਮ ਸ਼ੁਰੂ ਹੋ ਗਿਆ, ਯਾਨੀ ਕਿ ਜੋ ਪਹਿਲਾਂ ਸੀ। ਔਰ ਫਿਰ ਉਹ ਮੇਰੇ ਢਿੱਡੇ 'ਚ ਛੁਰੀ ਮਾਰੀ ਉਹਨੇ, ਪਤਾ ਨਹੀਂ ਉਹਨੇ ਆਪ ਮਾਰੀ ਆਪਦੇ ਆਪ ਨੂੰ ਜਾਂ ਉਹਨੇ ਮਾਰੀ, ਇਹ ਉਹਨਾਂ ਨੂੰ ਪਤਾ ਹੈ। आपके बच्चे कितने? मेरे 3 बच्चे हैं, 2 बेटियां 1 बेटा है। अब आप तो थाने में पहुंच चुके हैं, जेल भी जाने वाले हैं, तो अब आपके साले पे कोई एफआईआर नहीं हुई ना? नहीं आप साबित नहीं कर सके? नहीं, अब कसूरवार कौन है? सारी गल है, जब फंसा ही मैं हूं तो मैं ही होऊंगा कसूरवार, हो तो बाहर है। जब आप उसको कत्ल कर रहे थे, मार रहे थे, उसकी जान ले रहे थे, तब आपको एहसास नहीं हुआ कि मुझे जेल जाना पड़ेगा? बस आपको पता नहीं था कि पुलिस वाले मुझे पकड़ लेंगे? बस है नहीं सी, ਉਹਦਾ ਹੌਸਲਾ ਹੈਗਾ ਸੀ। ਉਹਨੇ ਕਿਹਾ ਵੀ ਕੋਈ ਵੀ ਗੱਲ ਨਹੀਂ ਹੁੰਦੀ, ਜਦੋਂ ਮੈਂ ਖੁਦ ਮਦਈ ਬਣ ਜਾਂਦਾ ਤੇ ਤੈਨੂੰ ਟੈਨਸ਼ਨ ਹੀ ਕੋਈ ਨਹੀਂ लाश को किस तरह से दफनाया था? ਉਹ ਅਸੀਂ ਬੋਰੀਆਂ ਬਾਹਰ ਬੂਹੇ ਵੇਲੀ ਅੱਗੇ ਟੋਇਆ ਕੱਢਿਆ ਸੀ, ਟੋਇਆ ਕੱਢ ਕੇ ਫਿਰ ਬੋਰੀਆਂ 2 ਵਿਛਾਈਆਂ, ਬੋਰੀਆਂ ਦੇ ਪਾ ਕੇ ਅਸੀਂ ਬਾਹਰ ਲਗਾਏ ਗਏ ਸੀ। ਔਰ किसी ਉੱਥੇ ने वेख्या नहीं? ਨਹੀਂ, ਰਾਤ ਕੋਈ ਵੀ ਨਹੀਂ ਸੀ ਆਇਆ ਉੱਥੇ। ਔਰ ਫਿਰ ਨੱਪ बीवी ਨੂੰ ਪਤਾ ਸੀ ਤੁਹਾਡੀ? ਨਹੀਂ, ਉਹਨੂੰ ਵੀ ਨਹੀਂ ਸੀ ਦੱਸਿਆ ਹੈਗਾ। ਕਿਸੇ ਨੂੰ ਪਤਾ ਨਹੀਂ ਸੀ? ਨਹੀਂ, ਕਿਸੇ ਨੂੰ ਵੀ ਨਹੀਂ ਸੀ ਪਤਾ, ਸਾਨੂੰ ਦੋਵਾਂ ਨੂੰ ਪਤਾ ਸੀ। ਤੁਹਾਡੇ ਸੱਸ ਸੁਸ ਜ਼ਿੰਦਾ ਨੇ? ਹਾਂਜੀ, ਸੱਸ ਜ਼ਿੰਦਾ ਹੈ, ਸਹੁਰਾ ਫੌਤ ਹੋਇਆ। ਸੱਸ ਨੂੰ ਵੀ ਨਹੀਂ ਪਤਾ? ਨਹੀਂ, ਉਹਨੂੰ ਵੀ ਨਹੀਂ ਪਤਾ ਹੈ। ਕਦੇ ਮਿਲਣ ਆਈ ਉਹ ਇੱਥੇ? ਇੱਥੇ ਨਹੀਂ, ਕੋਈ ਵੀ ਨਹੀਂ ਆਈ। ਤੁਹਾਡੀ ਬੀਵੀ ਆਈ? ਉਹ ਇੱਕ ਦਫਾ ਆਈ ਸੀ ਉਹਦੇ ਨਾਲ ਕਿ ਵੀ ਤੂੰ ਬੰਦਾ ਦੱਸ ਦੇ ਸਹੀ ਸਹੀ, ਲੇਕਿਨ ਉਹਨੂੰ ਵੀ ਨਹੀਂ ਦੱਸਿਆ ਹੈਗਾ। ਮੈਂ ਇਸੇ ਪਰੋਂ ਹੀ ਕਿ ਹੋ ਸਕਦਾ ਵੀ ਉਹ ਵੀ ਮੇਰੇ ਨਾਲ ਨਾਰਾਜ਼ ਨਾ ਹੋ ਜਾ ਵੀ ਤੂੰ ਮੇਰੇ ਭਰਾ ਦਾ ਨਾਂ ਲੈਣਾ ਪਿਆ। ਲੇਕਿਨ ਜਦੋਂ ਆਪਦੇ ਪੈਸਿਆਂ ਦੇ ਲਾਲਚ ਨੂੰ ਪੈ ਗਿਆ, ਉਹਨੂੰ ਮਰੀ ਦਾ ਦੁੱਖ ਹੀ ਨਹੀਂ ਆਇਆ। ਉਹ ਸਿਰਫ ਹੁਣ ਪੈਸਿਆਂ ਦੇ ਲਾਲਚ ਨੂੰ ਪਿਆ ਖਲੋ ਤੱਕ 4 ਪੈਸੇ ਆਵਣ ਤੇ ਬਸ ਜ਼ਿੰਦਗੀ ਬਸਰ ਕਰਾਂ ਮੈਂ ਆਪ। ਆਪਣੇ ਬੱਚਿਆਂ ਨੂੰ ਤੇ ਆਪਣੀ ਬੀਵੀ ਨੂੰ ਕਿੰਦੇ ਸਹਾਰੇ ਛੱਡ ਕੇ ਜਾ ਰਹੇ ਹੋ? ਅੱਲਾਹ ਪਾਕ ਦੇ। ਤੇ ਪਹਿਲੇ ਇਹ ਸੋਚਿਆ ਨਹੀਂ ਕਿ ਅੱਲਾਹ ਪਾਕ ਵੇਖ ਰਿਹਾ ਹੈ, ਮੈਂ ਕਿਸੇ ਨੂੰ ਕਤਲ ਕਰਨ ਲੱਗਾ? ਬਸ ਇਹ ਨਹੀਂ ਸੋਚ ਆਈ, ਉਦੋਂ ਹੁਣ ਆ ਰਹੀ ਹੈ। ਕਤਲ ਕਿਸ ਚੀਜ਼ ਨਾਲ ਕੀਤਾ ਸੀ? ਉਹਦੇ ਦੁਪੱਟੇ ਨਾਲ ਗਾਲ ਕੁੱਟਿਆ ਸੀ। ਹਾਂਜੀ, ਉਹ ਟਾਈਮ ਕੀ ਸੀ? ਤਕਰੀਬਨ 2:30-3 ਦਾ ਟਾਈਮ ਹੈਗਾ ਸੀ। ਤੇ ਮੈਂ ਸੁਣਿਆ ਤੂੰ ਪਹਿਲੇ ਜ਼ਿਆਦਤੀ ਵੀ ਕੀਤੀ ਹੁੰਦੀ? ਨਹੀਂ, ਐਸਾ ਕੋਈ ਨਹੀਂ। ਕੋਈ ਨਹੀਂ ਹੈਗਾ ਸੀ? ਨਹੀਂ, ਕੋਈ ਐਸੀ ਗੱਲ ਨਹੀਂ ਹੈਗੀ। ਗੱਲਬਾਤ ਹੈਗੀ ਸੀ ਵੈਸੇ ਸਾਲੀ ਨਾਲ? ਕੋਈ ਗੱਲਬਾਤ ਵੀ ਨਹੀਂ ਸੀ ਹੈ। ਹਾਂਜੀ, ਉਹ ਕੋਈ ਅੱਡਾ ਚਲਾਉਂਦੀ ਸੀ? ਨਹੀਂ, ਬਸ ਇਹ ਪਾਸੇ ਟੁਰਦੀ ਫਿਰਦੀ, ਕਦੇ ਲਾਹੌਰ ਚਲੀ ਗਈ, ਕਦੇ ਕਿੱਧਰ ਚਲੀ ਗਈ, ਕਦੇ ਕਿੱਧਰ ਚਲੀ ਗਈ, ਕਦੇ ਆਰਫ ਵਾਲਾ ਚਲੀ ਗਈ, ਇਸੇ ਤਰ੍ਹਾਂ ਹੀ ਫਿਰਦੀ ਸੀ ਬਸ। ਪੜ੍ਹੀ ਲਿਖੀ ਸੀ? ਨਹੀਂ, ਪੜ੍ਹੀ ਲਿਖੀ ਵੀ ਨਹੀਂ ਸੀ। ਉਹਦੇ ਬੱਚੇ ਪੜ੍ਹਦੇ ਪਏ ਨੇ? ਪਤਾ ਨਹੀਂ, ਉਹ ਤਾਂ ਤਕਰੀਬਨ ਮੈਂ 3-4 ਸਾਲ ਤੋਂ ਬੱਚੇ ਹੁੰਦੇ ਪਿਛਾਂ ਜਿਹੜਾ ਪਹਿਲਾਂ ਖਾਂਦੇ ਹੁੰਦੇ ਉੱਥੇ ਹੈਗੇ ਨੇ। ਇੱਕ ਛੋਟੀ ਜਿਹੀ ਕੁੜੀ ਹੈਗੀ, ਉਹ ਇੱਥੇ ਮੇਰੇ ਸਹੁਰਿਆਂ ਦੀ ਰਹਿੰਦੀ ਬਸ। ਆਖਰੀ ਸਵਾਲ ਕਰ ਰਹੇ ਹਾਂ, ਇਹ ਸ਼ਾਇਦ ਆਖਰੀ ਇੰਟਰਵਿਊ ਹੋਏ ਤੇਰਾ। ਮੈਨੂੰ ਇਹ ਦੱਸ ਦੇ ਕਿ ਹਕੀਕਤ ਕੀ ਹੈਗੀ ਏ, ਤੂੰ ਗੁਨਾਹਗਾਰ ਹੈਗਾ ਜਾਂ ਤੇਰਾ ਸਾਲਾ? ਸਰ, ਦੇਖਿਆ ਜਾਏ ਤਾਂ ਮੈਨੂੰ ਫਸਾਉਣ ਵਾਲਾ ਵੀ ਉਹੀ ਹੈ। ਅਗਰ ਮੇਰੀ ਤਾਂ ਉਹਦੇ ਨਾਲ ਕੋਈ ਐਸੀ ਗੱਲਬਾਤ ਨਹੀਂ ਸੀ ਆ, ਮੈਨੂੰ ਉਹਦੀ ਕੋਈ ਤੰਗੀ ਤਕਲੀਫ ਨਹੀਂ ਸੀ ਆ, ਮੈਂ ਉਹਨੂੰ ਕਿਉਂ ਮਾਰਾਂ? ਔਰ ਜਦੋਂ ਉਹ ਮੇਰੇ ਕੋਲ ਆਇਆ ਕਿ ਯਾਰ ਮੈਂ ਇਕੱਲਾ, ਮੈਂ ਤਾਂ ਮਰ ਜਾ, ਜੇ ਮੈਂ ਉੱਥੇ ਨੂੰ ਮਾਰਨਾ, ਉੱਥੇ ਸਾਰਿਆਂ ਨੂੰ ਪਤਾ ਲੱਗ ਜਾਦਾ ਕਿ ਕੁਦਰਤ ਵੱਲੋਂ ਮੈਂ ਇੱਥੇ ਨੌਕਰੀ ਲੱਗਾ ਹੈਗਾ ਸੀ। ਔਰ ਉਹਨੇ ਆਹ ਵੀ ਉਹਨੇ ਇਸੇ ਗੱਲ ਦਾ ਫਾਇਦਾ ਚੁੱਕ ਲਿਆ ਕਿ ਇੱਥੇ ਕੋਈ ਵੀ ਨਹੀਂ ਹੁੰਦਾ, ਕਿ ਮੇਰੀ ਘਰ ਵਾਲੀ ਹੁੰਦੀ ਹੈ, ਉਹਨੂੰ ਮੈਂ ਉੱਥੇ ਮੰਗਾ ਲਾਂਦਾ ਵੀ ਜ਼ਮੀਨ ਦੇ ਬਿਆਨ ਦੁਆਵਣੇ ਨੇ, ਔਰ ਇਹ ਇੱਥੇ ਆ ਜਾਏ ਔਰ ਤੂੰ ਉਹਨੂੰ ਪੁੱਛੇ ਵੀ ਤੈਨੂੰ ਕਹਾ ਵੀ ਠੀਕ ਹੀ ਆ ਜਾ। ਔਰ ਮੈਨੂੰ ਉਹਨੇ ਜਦੋਂ ਆਈ, ਮੈਨੂੰ ਉਹਨੇ ਫੋਨ ਕੀਤਾ ਕਿ ਮੈਂ ਇਸ ਤਰ੍ਹਾਂ ਤੁਹਾਡੇ ਕੋਲ ਆਉਣਾ, ਮੈਂ ਕਸੂਰ ਆਉਂਦੀ ਵੀ, ਮੈਂ ਕਿਹਾ ਵੀ ਠੀਕ ਹੈ ਆ ਜਾ। ਤੇ और वो शाम टाइम पहुंची जी। तो आपने पहले कुछ इंटरव्यूज़ दिए, उसमें आपने कहा कि एक मर्द उसके साथ आया था। ਸਰ, ਉਹ ਮੈਨੂੰ ਮੇਰੇ ਸਾਲੇ ਨੇ ਗੱਲ ਕੀਤੀ ਸੀ, ਉਹਨੇ ਕਿ ਤੈਨੂੰ ਕੋਈ ਵੀ ਪੁੱਛੇ ਨਾ ਤੇ ਤੂੰ ਉਹਨੂੰ ਇਹ ਗੱਲ ਕਰਨੀ ਪਉਂਦੇ ਨਾਲ ਬੰਦਾ ਆਇਆ ਸੀ ਇਸ ਤਰ੍ਹਾਂ, ਔਰ ਉਹ ਉਹਦੇ ਨਾਲ ਗਲਤ ਤਲੁਕਾਤ ਸੀ ਹੁੰਦੇ, ਔਰ ਉਹਨਾਂ ਦੀ ਵਜ੍ਹਾ ਤੋਂ ਮੈਂ ਉਹਨੂੰ कितने दिन पहले ये प्लानिंग हो चुकी थी कि हमने साली को कत्ल करना है? ये तो काफ़ी पहले भी साल जिसे ਹੁਣ ਸ਼ਾਦੀ ਉਹਨੇ ਕੀਤੀ ਜਿੰਦੇ ਨਾਲ, ਉਹਦੇ ਨਾਲ ਸ਼ਾਦੀ ਕਰਨ ਤੋਂ ਪਹਿਲਾਂ ਵੀ ਉਹ ਆਖਦਾ ਸੀ, ਮੈਂ ਉੱਥੇ ਭੱਠੇ ਦਾ ਕੰਮ ਕਰਦਾ ਸੀ ਉਹਨਾਂ ਦੇ ਕੋਲ ਹੀ, ਉਹ ਅਸੀਂ ਕਿਹਨੂੰ ਮਾਰ ਗਏ, ਮੈਂ ਕਿਹਾ ਵੀ ਇੱਥੇ ਤਾਂ ਸਾਰੇ ਵੇਖ ਲੈਂਦੇ ਗਏ ਵੀ ਆਪਣਾ ਕੀ ਲੈਂਦੀ ਹੈ। ਉਹ ਹੌਲੀ ਫਿਰ ਉਹ ਮੱਝ ਛੱਡ ਕੇ ਲਿਆਇਆ ਸੀ ਚੋਰੀ ਕਿਧਰੋਂ, ਉਹ ਮੇਰੀ ਸਾਲੀ ਉਹਨੂੰ ਨਾਲ ਲੈ ਗਈ ਸੀ। ਔਰ ਜਦੋਂ ਉਹ ਉਹਨਾਂ ਨਾਲ ਗਈ ਚਲੇ ਲਾਹੌਰ, ਜਿਹੜੇ ਮੱਝ ਛੱਡ ਕੇ ਲਿਆਏ ਸੀ, ਔਰ ਸਾਲਾ ਮੇਰਾ ਇੱਥੇ ਮੇਰੇ ਕੋਲ ਲੈ ਪਿਆ ਰੋਡ ਦੇ ਉੱਤੇ ਹੀ ਤਾਂ ਸੀ। ਪੁਲਿਸ ਨੇ ਕਿਸ ਤਰ੍ਹਾਂ ਫੜਿਆ ਤੁਹਾਨੂੰ? ਮੈਂ ਗ੍ਰਿਫਤਾਰ ਹੋਇਆ ਸੀ। ਖੁਦ ਹੀ ਹੋਇਆ ਸੀ ਜੀ? ਕਿਹਨੇ ਕਿਹਾ ਸੀ ਖੁਦ ਹੀ ਹੋ? ਦੱਸ ਮੇਰੇ ਘਰ ਵਾਲਿਆਂ ਨੇ ਕਿਹਾ। ਘਰ ਵਾਲਿਆਂ ਨੂੰ ਪਤਾ ਚੱਲ ਗਿਆ ਸੀ? ਹਾਂਜੀ। ਬੀਜੀ ਨੂੰ ਪਹਿਲੇ ਦੱਸਤਾ ਸੀ? ਹਾਂ, ਜਿਸ ਦਿਨ ਮੈਂ ਇੱਧਰ ਆਉਣਾ, ਜਿਸ ਦਿਨ ਉਹਨਾਂ ਨੂੰ ਵੀ ਆਣ ਕੇ ਫੋਨ ਕੀਤਾ ਹੈਗਾ ਵੀ ਉਹਨੇ ਤੂੰ ਆਪਦਾ ਨਾਂ ਲੈ, ਮੈਂ ਉਸ ਦਿਨ ਆਪਦੀ ਬੀਵੀ ਨੂੰ ਵੀ ਦੱਸਿਆ ਸੀ।
ਪਰ ਉਸ ਦਿਨ ਉਹਨੇ ਕਿਹਾ ਵੀ ਠੀਕ ਹੈ, ਮੈਂ ਇਹਨੂੰ ਲਈ ਜਾਣਾ ਵੀ ਤੂੰ ਵੀ ਡੰਗ ਦੇ ਵਿੱਚ ਆਇਆ ਉੱਥੇ ਦੇ ਬਹਿ ਗੱਲ ਕਰ ਲੈਂਦੇ, ਨਹੀਂ ਕਰ ਲੈਂਦੇ। ਔਰ ਮੈਂ ਡਰਦਾ ਫਿਰ ਨਹੀਂ ਗਿਆ ਹੈਗਾ ਵੀ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਹੁੰਦੇ। तो जी, आपने मुलजिम का बयान सुन लिया। अब चलते हैं SHO सलीमुल्लाह साहब की तरफ और उनसे जानते हैं कि पुलिस ने किस तरह से कार्रवाई की थी। आइए मेरे साथ। अब मेरे साथ थाना खुडिया खास के SHO सलीमुल्लाह खान साहब मौजूद हैं, जो कि गोल्ड मेडलिस्ट भी हैं। इनकी ख़ास बात मैं आपको बताता चलूँ कि ये कुछ अर्सा पहले यहाँ पर आए हैं और इन्होंने इतना कंट्रोल किया है करप्शन को और मुलजमान को ऐसे पकड़ लेते हैं। इनसे जानते हैं कि किस तरह से मुलजिम के ख़िलाफ़ इन्होंने कार्रवाई की थी। सर, मुझे बताइएगा कि मुलजिम को किस तरह से पुलिस ने पकड़ा? इस तरह के कुछ 10 अक्टूबर में 6 के 7 अक्टूबर को ये हमारे पास जो मुलज़म है रियाज, इसके सिस्टर ला चूनिया से इसको मिलने के लिए आई है। उसके बाद उसके वालिदैन ने, घर वालों ने पूछा कि बाजी आपकी तरफ आई थी, तो घर नहीं आई। इसने कहा दूसरे दिन यहाँ से चली गई थी। वो रिश्ता ऐसा तकद्दस का कि उसकी शादी उधर हुई है, फादर ला लगते थे, बरहुई था, उनका ससुराल था। उन्होंने कहा ठीक है। फिर उन्होंने उसके ज़रिए दूसरे 2 जो और रिलेटिव हैं उनको पता किया, या जो जानने वाले बात का कोई दूसरे लोगों ब्लड रिलेशन नहीं होता, लेकिन तलक इतना फैमिली बन जाता है कि फैमिली का आना जाना भी हो जाता है। तो 2-2.5 महीने इसी तरह उनके निकल गया जी। लड़की शादीशुदा है, 3-4 बच्चे भी हैं, तो नहीं पहुँचे। मेरे पास वो आते हैं 24 के 25 दिसंबर को कि सर हमारे ये ना यहाँ पे कोल्ड स्टोर है, लक्की कोल्ड स्टोर, जो मौजा डिंग शाह के इलाहाबाद के रोड पे जाए ना, उस डिंग शाह के साथ है कि हमारा बहनोई है, इधर मुलाजमा करता है। लास्ट टाइम जो है ना 4 के 5 अक्टूबर को हमारी बहन इसको मिलने के लिए आई है। उसके बाद ना वो घर गई है, ना उसका फ़ोन आना है। तो हमें समझ नहीं आ रही क्या किया जाए, क्योंकि रिश्ता ऐसा है। हाँ, कोई दूसरी बहन इसके घर है हमारी, तो लेकिन हमारी बहन हमारे पास नहीं है। तो किस तरह मैं कहा चलो ठीक है। हदायत सब इंस्पेक्टर को मैंने कहा भी तुम चले जाओ कोल्ड स्टोर, उस आदमी को बुला के लाओ। वो लेके आया तो मैंने उसको सेंसी तरीके से कुछ नफसियाती 2-3 सवाल किए। उसकी नफसियाती उसको चेक किया क्या सोच है जो, क्योंकि मुझे ना जो आदमी बात में रवानी नहीं होती जिसकी, तो फिर पता चल जाता है कि ये झूठ बोल रहा है। और दूसरा बीइंग पुलिस अफसर, मेरे साथ जो बात मजहबी तौर पे जो बंदा शुरू करता है ना कलमा पढ़ के या किसी नबी पाक का या किसी इस्लामी रहता है, तो मैं बस मेरा जहन कहता है कि इसने आगे से झूठ बोलना है, क्योंकि इसको पता है कि जो आदमी सामने SHO बैठा है ये मुसलमान है। उसके पास अपने हक में कहने के लिए कोई बात नहीं है, तो उस अल्लाह ताला का नाम लेकर या किसी नबी का, पैगम्बर का, किसी औलिया कराम का नाम लेकर मुझे ब्लैकमेल करता है। तो इसी तरह इसने किया, मैं अपनी बीवी तलाक देता हूँ, मुझे फ़लाँ की कसम है, फ़लाँ की कसम। मैंने जहन बनाया जो झूठ बोलते। मैं बात सुनता रहा। फिर मैं तमाम लोग अपने कमरे से बाहर, मैं कहूँ थल्ले बह जा कर ले। तो बस फिर थोड़ी सी थानदारी दिखाई, वो मान गया कि मैंने उसको कत्ल कर दिया, फ़लाँ जगह पर उसको दफन किया। फिर मैंने अपने DPO साहब को बताया। DPO साहब ने मुझे कहा कि ऐसे करें, पहले ना वो जगह जाकर देखें क्या वाकई ये जो कह रहा है डेड बॉडी तो दफन किया, वहाँ पे डेड बॉडी आया किसी के नहीं। अगर डेड बॉडी हो तो मुझे फिर फौरी फ़ोन करना। तो मैं वहाँ पे गया जहाँ पे इसका लोग स्टोर है, उसके साथ है फार्म हाउस है, वहाँ पे 6-7 फुट जगह इसकी निशानदेही पे हमने उठाई। तो और उसकी डेड बॉडी नज़र आ गई। मैंने फ़ोटो वगैरह बना के DPO साहब को भिजवाया, तो क्लियर हो गया इसने कत्ल करके इसको दफन किया है। तो उसकी फैमिली ने यह भी क्लेम किया था कि सारे, क्योंकि हमारी एक बहन की शादी इसके साथ ऑलरेडी हुई है और उस दिन वो बहन हमारे पास इधर आई हुई थी, हमारे घर चूनिया। उसी दिन इसने उसके साथ रब्ता किया, वो उसके पास आ गई। तो हमें ये भी शक है कि उसके साथ इसने सेक्सुअल बुराई ज्यादती की है। फिर तो वो तफ्तीश में मुझसे मान भी गया है कि मुझसे गलती हो गई है। तो फिर जब उसने कहा कि मैं घर जाके बता दूँगी, तो मैंने उसी में आकर उसको कत्ल कर दिया, फिर दफन भी कर दिया इस तरह। तो हमने उसको डेड बॉडी को भिजवाया है, उसके तजिया केमिकल PSO लेबार्ट्री भिजवाया है। और इसके खिलाफ 302 तो ऑलरेडी हो गया। फिर एक अलग जुर्म भी लगाया है कि अगर कोई इंसान जुर्म करता है, जुर्म का निशान मिटा देता है ना, फिर उसका ताज़ीरात पाकिस्तान में 201 है दफ़ा, उसका भी इसके खिलाफ मैंने मुकदमा दर्ज किया है। तो इंशाल्लाह मुसलमान रिमांड पे है। बाकी उसके टेलीफोन, वो दुपट्टा, वो रस्सी, वो तमाम चीज़ें बरामद हो गई हैं। PSF की रिपोर्ट आने बाकी है, वो चालान के साथ लग जाएगी। इस तरह से ट्रेस हो गया। जी, आपने सुना कि किस तरह से पुलिस ने कार्रवाई की। मैं इनकी एक ख़ास बात आपको बताता चलूँ। मैं इनको सैल्यूट भी पहले पेश करता हूँ कि मैं इनके साथ मीटिंग में बैठा हुआ था इनके रूम में ही,
और इनके पास एक शख्स आता है और वो बताता है कि मेरी चोरी हुई है। तो इन्होंने उनको कहा कि अगर आपसे कोई यहाँ थाने में 1 रुपया भी मांगे तो आपने उसको नहीं देना। सर ऐसे बहुत से मैंने ऑफिसर देखे हैं जो करप्शन में बहुत आगे रहते हैं। मैंने ऐसा वाहिद शख्स देखा है जिसने खुद कहा है अपनी ज़ुबान से कि आपने 1 रुपया रिश्वत नहीं देनी। सर आपको मैं सल्यूट पेश करता हूँ, आप हमारी कौम की शान है। अल्लाह आपको इसी तरह काम में लगाए रखे और अपनी नीयत के साथ आप काम करते रहें। सर बहुत शुक्रिया सर आपका।